ਨਾਨਕ ਤੇ ਮੁਨੇ ਅਜਰੇ ਇਤੀ ਤੁਨੇ ਨਾਮ ਤੇ ਆਇਆ ਗਇਮ ਸ਼ਬਦ ਭਾਇਆ ਨਾਨਕ ਤੇ ਮੁਨੇ ਅਜਰੇ ਇਤੀ ਨਾਨਕ ਦੇ ਕਰ ਹੱਥ ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਹੇ ਪ੍ਰਾਣਨਾਥ ਗੋਵਿੰਦੈ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰੁਨੇ ਕਰੁਣਾ ਮੈਂ ਸਭ ਦੁਖ ਹਰੋ ਹੇ ਸਰਨ ਜੋਗ ਦਿਆਲੈ ਦੀਨਾਨਾਥ ਮਿਆ ਕਰੋ ਸਰੀਰ ਸਵਸਤ ਖੀਨ ਸਮੇ ਸਿਮਰੰਤ ਨਾਨਕ ਰਾਮ ਦਮੋਦਰ ਮਾਧਵੈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਐਥੈ ਉਥੈ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਾਟ ਘਾਟ ਸ਼ਬਦ ਸੋ ਭਾਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਜੋ ਕਿ ਇਸ ਪਾਵਨ ਸਥਾਨ 'ਤੇ ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ। ਪਾਵਨ ਕਥਾ ਨਾਲ ਜੁੜਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਸੋ ਆਓ ਚੱਲ ਰਹੀ ਪਾਵਨ ਬਾਣੀ ਦੀ ਲੜੀਵਾਰ ਕਥਾ ਨਾਲ ਸਾਂਝ ਪਾਈਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਬਖਸ਼ਿਸ਼ ਕਰ ਰਹੇ ਹਨ। ਇੱਕ ਸਾਡੇ ਜੀਵਨ ਦੇ ਵਿੱਚ ਸਤਿਗੁਰੂ ਦੀ ਭਾਰੀ ਮਹਿਮਾ ਹੈ। ਦੂਸਰਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਰਾਧਨਾ। ਜਿਸ ਮਨੁੱਖ ਦੇ ਜੀਵਨ ਦੇ ਵਿੱਚ ਇਹ ਦੋਵੇਂ ਚੀਜ਼ਾਂ ਨਹੀਂ, ਗੁਰਬਾਣੀ ਵਿੱਚ ਪਾਤਸ਼ਾਹ ਜੀ ਕਹਿੰਦੇ ਐਸੇ ਮਨੁੱਖ ਦਾ ਨਾਮ ਲੈਣਾ ਵੀ ਮਾੜਾ ਹੈ। ਸਤਿਗੁਰੂ ਵਾਜੋਂ ਗੁਰਨੀ ਕੋਈ ਨਿਗੁਰੇ ਕਾ ਹੈ ਨਾਉ ਬੁਰਾ। ਸੋ ਸਾਧ ਸੰਗਤ, ਜਿਵੇਂ ਆਪਾਂ ਵੇਖੋ ਸੰਸਾਰ ਦੇ ਵਿੱਚ ਕੋਈ ਮਨੁੱਖ ਕਿਸੇ ਮੰਜ਼ਿਲ 'ਤੇ ਪਹੁੰਚਿਆ ਹੈ, ਜਦੋਂ ਆਪਾਂ ਉਹਦੇ ਜੀਵਨ ਦੀ ਪੜਚੋਲ ਕਰਾਂਗੇ ਤੇ ਪਤਾ ਲੱਗੇਗਾ ਉਹ ਬਚਪਨ ਦੇ ਵਿੱਚ ਉਹਨੂੰ ਕਾਮਲ ਮਾਂ ਪਿਓ ਮਿਲੇ, ਉਹਨਾਂ ਨੇ ਉਸ ਨੂੰ ਵਧੀਆ ਉਸਤਾਦ ਟੀਚਰ ਦੇ ਕੋਲ ਪੜ੍ਹਨ ਬਿਠਾਇਆ ਤੇ ਉਸ ਬੱਚੇ ਨੇ ਲਗਨ ਦੇ ਨਾਲ ਜਦੋਂ ਆਪਣੇ ਉਸਤਾਦ ਦੇ, ਆਪਣੇ ਟੀਚਰ ਦੇ
ਦਿੱਤੇ ਹੋਏ ਪਾਠ ਨੂੰ, ਸਬਕ ਨੂੰ ਕਮਾਇਆ, ਪੜ੍ਹਿਆ ਤੇ ਜੀਵਨ ਦੇ ਵਿੱਚ ਉਹਨੇ ਵੱਡਾ ਮੁਰਾਦਬਾ ਹਾਸਲ ਕੀਤਾ ਹੈ। ਜੇਕਰ ਸਾਡੇ ਜੀਵਨ ਦੇ ਵਿੱਚ, ਸੰਸਾਰਿਕ ਜੀਵਨ ਦੇ ਵਿੱਚ ਸੰਸਾਰਿਕ ਗੁਰੂ ਨਾ ਹੋਵੇ, ਟੀਚਰ ਨਾ ਹੋਵੇ, ਤਾਂ ਸਾਡਾ ਜੀਵਨ ਬਿਲਕੁਲ ਪੱਥਰ ਦੀ ਤਰ੍ਹਾਂ ਹੋਵੇਗਾ। ਜਿਵੇਂ ਬੱਚੇ ਨੂੰ ਜਨਮ ਤੋਂ ਬਾਅਦ ਉਹਦੀ ਮਾਂ ਟੀਚਰ ਬਣ ਕੇ ਸਿਖਾਉਂਦੀ ਹੈ, ਸਾਰੇ ਅਲਫਾਜ਼, ਸਾਰੇ ਰਿਸ਼ਤਿਆਂ ਦਾ ਗਿਆਨ ਕਰਾਉਂਦੀ ਹੈ। ਪਿਤਾ ਉਹਨੂੰ ਅਲਫਾਜ਼ ਸਿਖਾਉਂਦਾ ਹੈ, ਟੀਚਰ ਬਣ ਕੇ ਗਿਆਨ ਕਰਾਉਂਦਾ ਹੈ। ਜੇਕਰ ਬੱਚੇ ਨੂੰ ਜਨਮ ਤੋਂ ਇਹ ਚੀਜ਼ ਨਾ ਮਿਲੇ ਤਾਂ ਸਾਡਾ ਇਹ ਜਿਹੜਾ ਜੀਵਨ ਹੈ ਪੱਥਰ ਦੀ ਤਰ੍ਹਾਂ ਹੀ ਹੋਵੇਗਾ, ਕੁਝ ਵੀ ਨਹੀਂ ਹੋਵੇਗਾ। ਇਸੇ ਤਰ੍ਹਾਂ ਗੁਰਮੁਖੋ ਸਰੀਰ ਦਾ ਜੀਵਨ ਤਾਂ ਸੀਮਤ ਹੈ, ਆਤਮਾ ਦਾ ਜੀਵਨ ਬੜਾ ਲੰਮਾ ਹੈ। ਮਨੁੱਖ ਦੇ ਜੀਵਨ ਵਿੱਚ ਦੁਨਿਆਵੀ ਅੱਖਰ ਨਾ ਹੋਣ, ਇਹਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਅੱਖਰ ਬੋਲਣਾ ਹੀ ਨਾ ਆਵੇ, ਤਾਂ ਇਹ ਕੁਝ ਵੀ ਜੀਵਨ ਦੇ ਵਿੱਚ ਤਰੱਕੀ ਨਹੀਂ ਕਰ ਸਕੇਗਾ, ਆਨੰਦ ਨਹੀਂ ਲੈ ਸਕੇਗਾ, ਲਾਹਾ ਨਹੀਂ ਲੈ ਸਕੇਗਾ। ਤੇ ਜਿਹੜਾ ਸਾਡਾ ਆਤਮਿਕ ਜੀਵਨ ਹੈ, ਇਹਦੇ ਵਿੱਚ ਸਾਨੂੰ ਗੁਰੂ ਅਤੇ ਗੁਰੂ ਦੁਆਰਾ ਦਿੱਤੇ ਹੋਏ ਨਾਮ ਦੀ ਲੋੜ ਹੈ। ਇੱਦਾਂ ਕਹਿ ਲਓ ਜਿਵੇਂ ਮਾਂ ਅਤੇ ਪਿਓ ਸਾਡੇ ਪਹਿਲੇ ਟੀਚਰ ਨੇ, ਗੁਰੂ ਨੇ, ਉਹਨਾਂ ਵੱਲੋਂ ਦਿੱਤਾ ਹੋਇਆ ਜਿਹੜਾ ਗਿਆਨ ਉਹ ਨਾਮ ਹੈ। ਉਹ ਦੁਨਿਆਵੀ ਗਿਆਨ ਹੈ, ਦੁਨਿਆਵੀ ਨਾਮ ਹੈ। ਜਿਵੇਂ ਉਹ ਸਾਨੂੰ ਨਾਮ ਦਿੰਦੇ ਨੇ, ਸਾਡਾ ਨਾਂ ਰੱਖਦੇ ਨੇ, ਫਿਰ ਦੱਸਦੇ ਨੇ ਇਹ ਤੇਰਾ ਮਾਮਾ ਹੈ, ਇਹ ਤੇਰਾ ਚਾਚਾ ਹੈ, ਇਹ ਤੇਰਾ ਤਾਇਆ ਹੈ। ਇਸ ਤਰ੍ਹਾਂ ਸਾਰੇ ਰਿਸ਼ਤਿਆਂ ਦਾ, ਅੱਖਰਾਂ ਦਾ ਗਿਆਨ ਕਰਾਉਂਦੇ ਨੇ। ਇਸੇ ਤਰ੍ਹਾਂ ਗੁਰੂ ਸਾਨੂੰ ਰੱਬ ਦਾ ਗਿਆਨ ਕਰਾਉਂਦਾ ਹੈ। ਗੁਰੂ ਸਾਡੇ ਜੀਵਨ ਦੇ ਵਿੱਚ ਸਾਨੂੰ ਦੱਸਦਾ ਹੈ ਪਰਮਾਤਮਾ ਤੇਰੇ ਜੀਵਨ ਦੇ ਵਿੱਚ ਕੀ ਰੋਲ ਰੱਖਦਾ ਹੈ, ਪਰਮਾਤਮਾ ਦੀ ਤੇਰੇ ਜੀਵਨ ਦੇ ਵਿੱਚ ਕੀ ਮਹਾਨਤਾ ਹੈ। ਮਨੁੱਖ ਦੇ ਕੋਈ ਰਿਸ਼ਤੇਦਾਰ ਸੰਬੰਧੀ ਨਾ ਹੋਣ, ਇਕੱਲਾ ਹੀ ਮਨੁੱਖ ਹੋਵੇ, ਕਿਸੇ ਨਾਲ ਬੋਲ ਚਾਲ ਨਾ ਹੋਵੇ, ਉਹ ਮਨੁੱਖ ਵੀ ਖਿਝਿਆ ਰਹਿੰਦਾ ਹੈ। ਉਹਦੇ ਅੰਦਰ ਕੁੜੱਤਣ ਹੀ ਭਰੀ ਰਹਿੰਦੀ ਹੈ, ਕਿਉਂਕਿ ਉਹਨੂੰ ਪਰਿਵਾਰਕ ਰਿਸ਼ਤਿਆਂ ਦੀ ਨਾ ਜਾਣਕਾਰੀ ਹੁੰਦੀ ਹੈ, ਨਾ ਉਹ ਪਿਆਰ, ਪਰਿਵਾਰਕ ਰਿਸ਼ਤਿਆਂ ਦਾ ਪਿਆਰ, ਦੁੱਖ ਸੁੱਖ ਨਹੀਂ ਮਿਲਿਆ ਹੁੰਦਾ। ਉਹ ਇਸ ਕਰਕੇ ਹਰ ਇੱਕ ਨਾਲ ਖਿਝੇ ਤਰ੍ਹਾਂ ਦੀ ਵਿਵਹਾਰ ਕਰਦਾ ਹੈ। ਸੋ ਗੁਰੂ ਪਾਤਸ਼ਾਹ ਜੀ ਸਾਨੂੰ ਇਹ ਦੋ ਚੀਜ਼ਾਂ ਦ੍ਰਿੜ ਕਰਾ ਰਹੇ ਨੇ। ਇੱਕ ਸਤਿਗੁਰੂ ਦੀ ਲੋੜ ਹੈ, ਫਿਰ ਸਤਿਗੁਰੂ ਦੇ ਦਿੱਤੇ ਹੋਏ ਨਾਮ ਦੀ, ਗਿਆਨ ਦੀ, ਉਪਦੇਸ਼ ਦੀ ਵੀ ਲੋੜ ਹੈ। ਸਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ 628 ਅੰਗ ਤੇ ਬਖਸ਼ਿਸ਼ ਕਰ ਰਹੇ ਹਨ। ਸੋਰਠ ਮਹੱਲਾ ਪੰਜਵਾਂ। ਸੋਰਠ ਰਾਗ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਜਿਨ੍ਹਾਂ ਨੇ ਗੁਰੂ ਵਾਲੇ ਬਣ ਕੇ ਨਾਮ ਜਪਿਆ, ਬਾਣੀ ਪੜ੍ਹੀ, ਸਿਮਰਨ ਕੀਤਾ, ਐਥੈ ਉਥੈ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ। ਐਥੇ ਅਤੇ ਉਥੈ, ਇਸ ਲੋਕ ਦੇ ਵਿੱਚ ਅਤੇ ਪਰਲੋਕ ਦੇ ਵਿੱਚ ਵਾਹਿਗੁਰੂ ਸਾਡਾ ਰਖਵਾਲਾ ਬਣ ਗਿਆ, ਕਿਉਂਕਿ ਵਾਹਿਗੁਰੂ ਸਤਿਗੁਰੂ ਦੇ ਰੂਪ ਵਿੱਚ ਆ ਕੇ ਸਾਨੂੰ ਗਿਆਨ ਬਖਸ਼ਿਆ, ਸੋਝੀ ਬਖਸ਼ੀ। ਸਤਿਗੁਰੂ ਨੇ ਸਾਨੂੰ ਸਾਰਾ ਭੇਦ ਜੀਵਨ ਦਾ ਸਮਝਾ ਦਿੱਤਾ ਕਿ ਤੇਰੇ ਜੀਵਨ ਦੇ ਵਿੱਚ ਨਾਮ ਦੀ ਕਿੰਨੀ ਵੱਡੀ ਭਾਰੀ ਮਹਿਮਾ। ਇਹ ਨਾਮ ਸਾਡੀ ਕਿਵੇਂ ਸਹਾਇਤਾ ਕਰਦਾ ਹੈ, ਨਾਮ ਤੋਂ ਕਿਵੇਂ ਲਾਹਾ ਲੈਣਾ, ਇਹ ਗੁਰੂ ਦੱਸਦਾ ਹੈ। ਉਹ ਨਾਮ ਸਾਡੀ ਰਾਖੀ ਕਰਦਾ ਹੈ ਇੱਥੇ ਉੱਥੇ। ਜਿਵੇਂ ਦੇਖੋ, ਇਹ ਬਿਜਲੀ ਤੋਂ ਆਪਾਂ ਲਾਹਾ ਲੈ ਰਹੇ ਹਾਂ, ਪਰ ਇਹ ਕਿਸੇ ਇੰਜੀਨੀਅਰ ਨੇ ਸਾਨੂੰ ਦੱਸਿਆ, ਜਿਹਨੇ ਪੈਦਾ ਕੀਤੀ ਬਿਜਲੀ, ਪ੍ਰਗਟ ਕੀਤੀ, ਉਹਨੇ ਸਾਨੂੰ ਦੱਸਿਆ ਵੀ ਇਹਦੇ ਤੋਂ ਲਾਭ ਕਿਵੇਂ ਲੈਣਾ ਹੈ। ਇਸੇ ਤਰ੍ਹਾਂ ਗੁਰੂ ਸਾਨੂੰ ਗਿਆਨ ਕਰਾਉਂਦਾ ਹੈ। ਨਾਮ ਤਾਂ ਹਰ ਥਾਂ 'ਤੇ ਹੈ, ਉਹਦੇ ਤੋਂ ਲਾਭ ਕਿਵੇਂ ਲੈਣਾ ਹੈ। ਜਿਵੇਂ ਜ਼ਿਮੀਂਦਾਰ ਦੇ ਕੋਲ ਖੇਤ ਨੇ, ਪਰ ਉਹ ਕਿਤੋਂ ਜਾਣਕਾਰੀ ਲੈਂਦਾ ਇਹਨਾਂ ਖੇਤਾਂ ਤੋਂ ਲਾਭ ਕਿਵੇਂ ਲੈਣਾ ਹੈ। ਖੇਤ ਤਾਂ ਹਨ, ਪਰ ਲਾਭ ਲੈਣ ਦਾ ਪਤਾ ਹੀ ਨਹੀਂ ਹੈ।
ਕਈ ਇਸ ਤਰ੍ਹਾਂ ਦੇ ਬੰਦੇ ਵੇਖਣ ਨੂੰ ਮਿਲ ਜਾਂਦੇ ਨੇ, ਖੇਤ ਹੁੰਦਾ ਪਰ ਉਹਨਾਂ ਨੂੰ ਬੀਜਣ ਦਾ ਵੱਲ ਨਹੀਂ ਆਉਂਦਾ, ਖੇਤੋਂ ਸਹੀ ਲਾਭ ਨਹੀਂ ਲੈ ਸਕਦੇ। ਪਰ ਐਸੇ ਵੀ ਲੋਕ ਹਨ ਜਿਹੜੇ ਖੇਤੀ ਦੇ ਵਿੱਚੋਂ ਹੀ ਬਹੁਤ ਵੱਡਾ ਲਾਭ ਪ੍ਰਾਪਤ ਕਰਦੇ ਨੇ। ਅਕਸਰ ਆਪਾਂ ਵੇਖਦੇ ਹਾਂ ਜਾਂ ਇਹ ਬਚਨ ਸੁਣੋ ਮਿਲਦੇ ਨੇ, ਕਹਿੰਦੇ ਨੇ ਜੱਟ ਦੀ ਜੂਨ ਬੁਰੀ, ਕਿਉਂਕਿ ਮਿਹਨਤ ਬੜੀ ਪਰ ਉਹਦੇ ਵਿੱਚ ਲਾਭ ਉਹਨੂੰ ਇੰਨਾ ਨਹੀਂ ਹੋਇਆ। ਪਰ ਕਈ ਐਸੇ ਨੇ ਉਹ ਜ਼ਿਮੀਂਦਾਰਾ ਛੱਡਣਾ ਹੀ ਨਹੀਂ ਚਾਹੁੰਦੇ, ਕਿਉਂਕਿ ਉਹਨਾਂ ਨੂੰ ਲਾਭ ਲੈਣ ਦਾ ਤਰੀਕਾ ਆ ਗਿਆ, ਸਮਝ ਆ ਗਈ। ਸਿੱਖਿਆ ਕਿਤੋਂ ਜਾ ਕੇ ਸਰਕਾਰਾਂ ਵੱਲੋਂ ਵੱਖੋ ਵੱਖਰੇ ਥਾਂ 'ਤੇ ਸੈਮੀਨਾਰ ਕਰਾਏ ਜਾਂਦੇ ਨੇ, ਖੇਤੀਬਾੜੀ ਵਿਭਾਗ ਦੇ ਅਫਸਰ ਉਹ ਜਾ ਕੇ ਜਾਣਕਾਰੀ ਦਿੰਦੇ ਨੇ, ਉਹ ਦੱਸਦੇ ਨੇ। ਹੁਣ ਜਿਹੜਾ ਉਹਨਾਂ ਕੋਲ ਜਾਏਗਾ, ਸੁਣੇਗਾ, ਉਹ ਲਾਭ ਲਏਗਾ ਵੀ ਕਿਵੇਂ ਲਾਭ ਆਪਾਂ ਲੈਣਾ ਹੈ। ਇਸੇ ਤਰ੍ਹਾਂ ਗੁਰਮੁਖੋ ਆਪਾਂ ਨਾਮ ਤੋਂ ਕਿਵੇਂ ਲਾਭ ਲੈਣਾ ਹੈ, ਨਾਮ ਸਾਨੂੰ ਕਿਵੇਂ ਮਿਲ ਸਕਦਾ ਹੈ। ਉਹ ਜਦੋਂ ਆਪਾਂ ਸਤਿਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ, ਸਤਿਗੁਰੂ ਕਿਰਪਾ ਕਰਦੇ, ਉਹ ਵਾਹਿਗੁਰੂ ਨਾਮ ਸਾਡੀ ਇੱਥੇ ਉੱਥੇ ਰਖਵਾਲੀ ਕਰਦਾ ਹੈ। ਸਭ ਵਾਹਿਗੁਰੂ ਦੀਨ ਦਿਆਲ ਹੈ। ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ, ਦੁਨੀਆ ਦੇ ਵਿੱਚ ਜੇਕਰ ਤੁਸੀਂ ਰੱਬ ਨੂੰ ਪ੍ਰਤੱਖ ਮਿਲਣਾ ਨਾ ਤਾਂ ਉਹ ਸਤਿਗੁਰੂ ਦੇ ਰੂਪ ਦੇ ਵਿੱਚ ਹੈ। ਪ੍ਰਭ ਸਤਿਗੁਰ ਦੀਨ ਦਿਆਲਾ, ਜਿਹਨੂੰ ਸੱਚਾ ਸਤਿਗੁਰੂ ਮਿਲ ਗਿਆ ਸਮਝ ਲਓ ਰੱਬ ਮਿਲ ਗਿਆ। ਜਿਵੇਂ ਆਪਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਚਰਨ ਸ਼ਰਨ ਪ੍ਰਾਪਤ ਹੈ, ਆਪਾਂ ਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਹੈ। ਸਮਝ ਲਓ ਰੱਬ ਮਿਲਿਆ ਹੋਇਆ ਹੈ, ਬਸ ਆਪਾਂ ਇੱਥੋਂ ਲਾਭ ਲੈਣਾ ਬਾਣੀ ਨਾਲ ਜੁੜ ਕੇ। ਜਿਵੇਂ ਜਿਵੇਂ ਆਪਾਂ ਸ਼ਬਦ ਦਾ ਅਭਿਆਸ ਕਰਾਂਗੇ, ਸਾਡੀ ਅੰਦਰ ਦੀ ਸੁਰਤ ਜਾਗੇਗੀ, ਸਾਨੂੰ ਪਤਾ ਲੱਗ ਜਾਵੇਗਾ ਬਾਣੀ ਹੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਹੀ ਪਰਮਾਤਮਾ ਹਨ। ਅਜੇ ਪਤਾ ਨਹੀਂ ਲੱਗਾ, ਕਿਉਂਕਿ ਅਜੇ ਸਾਨੂੰ ਆਪਣੇ ਆਪ ਦਾ ਹੀ ਨਹੀਂ ਪਤਾ। ਗੁਰੂ ਦਾ ਤਾਂ ਕੀ ਪਤਾ ਲੱਗਣਾ ਹੈ, ਪਹਿਲਾਂ ਆਪਣੇ ਆਪ ਦਾ ਪਤਾ ਹੋਵੇਗਾ ਨਾ। ਪਹਿਲਾਂ ਬੱਚੇ ਨੂੰ ਆਪਣੇ ਆਪ ਦਾ ਗਿਆਨ ਹੁੰਦਾ ਹੈ, ਉਹਦੀ ਮਾਂ ਦੱਸਦੀ ਹੈ ਤੇਰਾ ਨਾਮ ਇਹ ਹੈ, ਫਿਰ ਉਹਨੂੰ ਆਪਣੇ ਘਰ ਦੇ ਵਿੱਚ ਜਿਹੜੇ ਮੈਂਬਰ ਨੇ ਉਹਨਾਂ ਦਾ ਗਿਆਨ ਹੁੰਦਾ ਹੈ। ਉਹ ਜਿਵੇਂ ਜਿਵੇਂ ਮਾਂ ਦੇ ਬੁਲਾਏ ਹੋਏ ਅੱਖਰਾਂ ਨੂੰ ਬੋਲੀ ਜਾਂਦਾ ਹੈ, ਜਾਂ ਹੋਰ ਵੀ ਜੁੜੇ ਉਹਦੇ ਪਰਿਵਾਰ ਦੇ ਮੈਂਬਰ ਉਹਨੂੰ ਜਿਵੇਂ ਜਿਵੇਂ ਸਿਖਾਉਂਦੇ ਨੇ ਉਹ ਬੋਲਦਾ ਹੈ, ਉਹਨੂੰ ਸਮਝ ਲੱਗ ਜਾਂਦੀ ਹੈ ਮੇਰੀ ਭੂਆ ਹੈ, ਮੇਰਾ ਚਾਚਾ, ਤਾਇਆ, ਮਾਮਾ, ਬਾਬਾ, ਜੋ ਕੁਝ ਵੀ ਹੈ। ਫਿਰ ਉਹਨੂੰ ਆਪਣੇ ਮਹੱਲੇ ਦੇ ਲੋਕਾਂ ਦਾ ਨਾਮ ਪਤਾ ਲੱਗਣ ਲੱਗ ਜਾਂਦਾ ਵੀ ਸਾਡੇ ਮਹੱਲੇ ਦੇ ਵਿੱਚ ਕਿੰਨੇ ਕਿਹੜੇ ਕਿਹੜੇ ਲੋਕ ਨੇ, ਉਹਨਾਂ ਦੇ ਨਾਂ ਕੀ ਨੇ। ਫਿਰ ਹੌਲੀ ਹੌਲੀ ਸ਼ਹਿਰ ਦਾ, ਨਗਰਾਂ ਦਾ ਫਿਰ ਪਤਾ ਲੱਗ ਜਾਂਦਾ। ਫਿਰ ਉਹ ਵਰਲਡ ਦੀ ਵੀ ਜਾਣਕਾਰੀ ਰੱਖਣ ਲੱਗ ਜਾਂਦਾ, ਸੰਸਾਰ ਦੀ ਵੀ। ਇਸੇ ਤਰ੍ਹਾਂ ਜਦੋਂ ਆਪਾਂ ਨਾਮ ਨਾਲ ਜੁੜਾਂਗੇ, ਬਾਣੀ ਨਾਲ ਜੁੜਾਂਗੇ, ਪਹਿਲਾਂ ਸਾਨੂੰ ਆਪਣੀ ਸੋਝੀ ਹੋਵੇਗੀ, ਪਹਿਲਾਂ ਆਪਣੇ ਆਪ ਦਾ ਪਤਾ ਲੱਗੇਗਾ ਮੈਂ ਕੌਣ ਹਾਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਿ ਜੀ ਤੇਰੇ ਨਾਲ ਹੈ, ਗੁਰਮਤੀ ਹਰ ਰੰਗ ਮਾਨ। ਜਿਸ ਦਿਨ ਬੱਚੇ ਦਾ ਜਨਮ ਹੋਇਆ ਸੀ ਉਹਨੂੰ ਕੁਝ ਵੀ ਪਤਾ ਨਹੀਂ ਸੀ, ਮੈਂ ਕੌਣ ਹਾਂ, ਮੇਰਾ ਨਾਂ ਕੀ ਹੈ, ਮੇਰਾ ਪਰਿਵਾਰ ਕਿਹੜਾ, ਮੈਂ ਕਿਹੜੇ ਸ਼ਹਿਰ ਨਗਰ ਵਿੱਚ ਪੈਦਾ ਹੋਇਆ ਹਾਂ। ਪਰ ਜਿਵੇਂ ਜਿਵੇਂ ਉਹ ਪੜ੍ਹਾਈ ਕਰੀ ਗਿਆ, ਪੜ੍ਹਦਾ ਗਿਆ, ਸੁਣਦਾ ਗਿਆ, ਸਿੱਖਦਾ ਗਿਆ, ਉਹਨੂੰ ਵਰਲਡ ਦੀ ਜਾਣਕਾਰੀ ਹੋ ਗਈ, ਸੰਸਾਰ ਦਾ ਪਤਾ ਲੱਗ ਗਿਆ ਉਹਨੂੰ। ਇਸੇ ਤਰ੍ਹਾਂ ਜਦੋਂ ਨਾਮ ਨਾਲ ਜਿਵੇਂ ਜਿਵੇਂ ਆਪਾਂ ਬਾਣੀ ਵਿੱਚ ਚੁੱਭੀ ਲਾਈ ਨਾ ਸਾਡੀ ਸੁਰਤ ਨੇ, ਸਾਨੂੰ ਨਿਰੰਕਾਰ ਦਾ ਗਿਆਨ ਹੋ ਗਿਆ। ਪਰ ਸਮਾਂ ਲੱਗਦਾ ਹੈ, ਜਦੋਂ ਆਪਾਂ ਅਭਿਆਸ ਕਰੀਏ ਫਿਰ ਪਤਾ ਲੱਗ ਜਾਂਦਾ ਹੈ ਕਿ ਸਤਿਗੁਰੂ ਹੀ ਰੱਬ ਹੈ। ਗੁਰੂ ਪਰਮੇਸ਼ਰ ਇੱਕੋ ਹਨ, ਗੁਰ ਪਰਮੇਸ਼ਰ ਏਕੋ ਜਾਨ, ਜੋ ਤਿਸ ਭਾਵੈ ਸੋ ਪਰਵਾਨ। ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ। ਅਜੇ ਤੇ ਆਪਾਂ ਨੂੰ ਇਹ ਵੀ ਨਹੀਂ ਪਤਾ ਲੱਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਗੁਰੂ ਰੂਪ ਦੇ ਵਿੱਚ ਕੀ ਮਹਿਮਾ ਹੈ। ਇਹਨਾਂ ਨੂੰ ਪਰਮਾਤਮਾ ਦੇ ਰੂਪ ਵਿੱਚ ਦੇਖਣਾ ਤਾਂ ਬਹੁਤ ਵੱਡੀ ਗੱਲ ਹੈ। ਤੋ ਪਾਤਸ਼ਾਹ ਫਰਮਾਨ ਕਰਦੇ ਨੇ, ਜਿਨ੍ਹਾਂ ਨੇ ਜਪਿਆ ਨਾਮ ਉਹਨਾਂ ਨੂੰ ਪਤਾ ਲੱਗ ਗਿਆ ਪ੍ਰਭ ਸਤਿਗੁਰ, ਪ੍ਰਭੂ ਸਤਿਗੁਰੂ ਹੈ, ਸਤਿਗੁਰੂ ਹੀ ਪਰਮੇਸ਼ਰ ਹੈ। ਦੀਨ ਦਿਆਲਾ, ਦੀਨਾ ਤੇ ਦਇਆ ਕਰਨ ਵਾਲਾ ਹੈ, ਇੱਥੇ ਉੱਥੇ ਰਾਖਾ ਹੈ। ਦਾਸ ਆਪਣੇ ਆਪ ਰਾਖੇ,
घट घट शब्द सुभाखे अपने दासां दी आव राखी करदा है। ये आपां कई बार सांझ पाई है, दास अपने आप रखे भी दास भी तो मनुखी हैं, रब उन्हां दी क्यों राखी करदा है? खास तौर पर आप लिखे महाराज जी ने, आप अपने दासां दी राखी करदा है। भावें आपां सारी पब्लिक इंडिया के अधीन हाँ, इंडिया विच रहन वाले हाँ, पर जिन्हां ने पढ़ाई की, कोई जज बन गया, कोई इंजीनियर वड्डा बन गया, सरकारी अहुदे ते पहुंचिया, सरकार उन्होंने बॉडीगार्ड देंदी है, अंग रक्षक देंदी है, तो आम पब्लिक सवाल खड़ा करे भी ये साडे पिंड शहर का रहन वाला है, तुसीं इहदी रखिया वास्ते इन्ने बंदे लाए ने, सानू एक भी नहीं दिता, तो वह कहणगे भी इन्हें पढ़ाई बंदी की, बंदा कीमती बन गया, हुण पढ़ाई करके कीमती हो गया है, तू ये बराबर कुछ भी नहीं है। इस करके सरकार उहदी खास तौर पर राखी करती है। इस तरह भावें सारे जीव जंतु आपां रब दे ही हाँ, पर रब अपने भगतां दी आप राखी करता है, उन्होंने खास सिक्योरिटी दिंदा है। घट घट शब्द सुभाखे, घट घट दे विच वाहिगुरू बोल रहा है। ये ज्ञान सच्चे सतगुरु ने कराता, वाहिगुरू नूं किते लभण दी लोड़ नहीं, वो हर समय तेरी सिक्योरिटी करदा है, तेरी राखी करदा है। इत्थे उत्थे वो कित्थे है? महाराज कहंदे वो घट घट दे विच बोल रहा है। सुभाखे मैंने बोलना श्रेष्ठ रूप दे विच, विशेष रूप दे विच, सारियां दे विच बोल रहा है। गुर के चरण उपर बल जाई, इस करके महाराज कहंदे अपने गुरु दे चरनां तो मैं सदके जांदा हां, सदके जांदा, क्योंकि गुरु ने सानू बहुत अमोलक ज्ञान कराता, रब की हस्ती का, रब नाल जुड़न का भेद दे दिता। दिन सरैन सास सास संभाली, पूर्ण सबनी थाई राओ। गुरु की बख्श सदका ही दिन रात आपां नू सवास सवास नाम जपण की अवस्था प्राप्त हुई। गुरु की उस्ताद की कृपा नाल ही कीर्तन करना आया। गुरु वो भी साडा दुनियावी जीव कोटि के गुरु ने, जो सानू ये ज्ञान करांदे ने। जिवें दास आप जी दे कोल कथा की रोज़ हाज़री भरी दी है, ये भी साडे उस्ताद ने सिखाई है ना। पहला बाणी पढ़नी सिखाई, फिर कथा का भेद दसिया भी किवें जिहड़ी ये करनी है। नहीं तो मैक विच बोलना बड़ा औखा है, आपां फिर गुरबाणी नूं विचारना तो होर भी कठिन है। वैसे सिंपल आपां गल करिए, कोई सामने लिखिया भी होवे तो भी नहीं बोलना आउंदा, भुल जाईदा, इन्ना इहदा प्रभाव हुंदा चीज़ का। पर जदों किसी आपां उस्ताद कोल बैठदे हां, वो सानू ज्ञान करांदा है, गुरु सानू समझांदा है, वो जीव कोटि का गुरु है। ये रूहानीयत के गुरु हैं सतगुरु श्री गुरु ग्रंथ साहिब महाराज जी, धन गुरु नानक देव जी तो लैके जो पार ब्रह्म परमेश्वर का रूप हैं, वो सानू ज्ञान कराया, सानू अवस्था दी। सवास सवास नाम किवें जपना है, दिन दिन सरैन सास सास संभाली, पूर्ण सबनी थाई। किहदा नाम जपिया? जो वाहिगुरू सारियां थावां ते परिपूर्ण होके वरत रहा है, ਉਹਦੇ नाम नूं सवास सवास जपना है। गुरबाणी विच ये महाराज जी सानू जुगती दसी है, जुगती दसी है। महाराज कहंदे किवें तेरा सवास सवास सिमरन चलेगा, ਇਹਦੇ बारे गुरबाणी विच बहुत सारे शब्द आउंदे ने, भेद आउंदे ने। उत्थे महाराज जी ने वो राज खोलिया है। महाराज कहते जदों तू ये अवस्था चाहता है ना, तो एक काम रोज़ करिया कर। पहला जो शब्द बोलना है, भावें पाठ करना है, भावें वाहिगुरू बोलना है या मूल मंत्र, उन्होंने आप सुन के उहदे ते शंका नहीं करनी भी जो बाणी विच लिखिया, जिवें बाणी विच आउंदा है सतगुर मेरा मार जीवालै। अजकल लोकी
बड़े शंका करते ने भी ये नहीं हो सकता, ये तो गोज भाव का अर्थ है। गुरमुखो सतगुरु ब्रह्मांड का मालक है, निरंकार का रूप है, वो सारा कुछ कर सकता है। प्रभ भाव है बिन सास ते रख है। इस तरह के बड़े प्रमाण पिछे जी एक फौजी कई दिनों बाद वो बर्फ विचों मिलिया, थले दब गया सी ते जदों वेखिया तो वह जीवदा पिया सी। जिथे हवा भी सवास नहीं जाते, हवा ऑक्सीजन ही नहीं जाती, पर वो विचों जीवदा निकल आया। बड़े उत्थे मरदे ने फौजी भी, आम सैलानी जिहड़े जांदे ने कई बार वो भी दफ्तर बर्फ विच दब के मर जाते हैं, एक दिन भी नहीं कढ़ते, पर वो कई दिनों बाद भी जीवदा निकलिया। वो मेरा वाहिगुरू चाहे, प्रभ भाव है बिन सास ते रख है। शंका नहीं करनी, गुरबाणी विच जो भी लिखिया है सुनिया मन्निया, सुन के उन्होंने मान लेना भी सत कह, जो मेरे पातशाह कह रहे हैं बिल्कुल सत है, तो शंका नहीं करनी। मन कीता भाओ, उन्होंने सत मन के फिर उस नाल प्रेम करना है। गुरबाणी नूं प्रेम नाल फिर आराधना है, प्यार नाल पढ़ना है, जपना है। फिर जदों आपां ये करांगे ना, साडे सवासां विच बाणी आ जाएगी। इस तरह होर भी गोज शब्द ने जो महाराज ने दस्से, सवास सवास अवस्था किवें प्राप्त हुंदी है। सतगुरु पातशाह कहते रहाओ, विश्राम दे के आप सहाई होआ, सच्चे दा सच्चा ढोआ। वो वाहिगुरू आप सहाई हुंदा है, जिहड़ा गुरु दे बचनां नूं कमांदा है, उहदी सहायता विच आप आके खड़ जांदा है। वो सच्चे वाहिगुरू दा जिहड़ा ढोआ है, बख्शिश है, आसरा है, वो सच्ची है। वो कोई झूठी नहीं, नासवंत नहीं है। वो तुहानूं एक बारी मिल गई, वो कदे नास नहीं हुंदी, सदा वास्ते है, क्योंकि वाहिगुरू आप सदीवी है। पातशाह कहते तेरी भगत वडियाई, पाई नानक प्रभ सरनाई। वाहिगुरू की भगती करन दी वडियाई एक कित्थों मिलदी है, जदों आपां गुरु की शरण विच पै जाते हैं, जदों रब की शरण विच पै जाते हैं, उन्होंने समर्पित हो जाते हैं पूर्ण तौर पर। तीन रूपां विच समर्पित होना पैंदा है, जे उहदे विचों एक भी घट होवे ते गल नहीं बनदी। तन मन धन सब सौंप गुर को हुक्म मन्निया पाई है। तन करके भी गुरु दे हो जाइए, पहली ते अपनी शर्त यही नहीं पूरी हुंदी, क्योंकि आपां जदों तन करके गुरु दे हो गए, आपां फिर झूठ नहीं बोल सकते। जदों आपां तन करके गुरु दे हो गए, अखां नाल माड़ा वेख नहीं सकते। जदों तन करके गुरु दे हो गए, हत्थां नाल माड़ा कर नहीं सकते। जदों तन करके गुरु दे हो गए, पैरां नाल माड़े पासे चल के नहीं जा सकते। जदों आपां तन करके गुरु दे हो गए, माड़ी चीज़ नूं स्पर्श नहीं कर सकते। जदों आपां तन करके गुरु दे हो गए, रोमां दी बेअदबी, केसां दी बेअदबी नहीं करांगे। जदों आपां तन करके गुरु दे हो गए, फिर सेवा करांगे। जदों तन करके गुरु दे हो गए, फिर बाणी पढ़ांगे। जदों तन करके गुरु दे हो गए, पैरां नाल चल के सत संगत विच जावांगे। तन करके गुरु दे हो गए, कन्नां नाल बाणी नूं सुणांगे, शब्द नूं सुणांगे ध्यान नाल। जदों तक आपां इदां तन करके, अजे देखो आपां पूर्ण तौर ते तन करके ही समर्पित नहीं, झूठ भी बोलते हैं, निंदिया भी सुनते हैं, हत्थां नाल माड़ा भी करते हैं, पैर माड़े पासे भी चले जाते हैं। साडी ये चमड़ी माड़ी चीज़ नूं भी, माड़े भाव नाल दुनिया नूं भी स्पर्श करती है। जिहड़ा साडा नक है, ये दुनिया की वासना नूं सुंघदा है। इस तरह अजे पूर्ण तन करके गुरु दे नहीं होए, बड़ी बरीकी का विषय है ये। सानू बाणी विचों रस क्यों नहीं आउंदा, क्योंकि अजे तन करके भी गुरु दे नहीं होए। फिर मन करके गुरु दे हो जाना है कि दुख आवे तो बंदा डोल जाता, कदी धागे तवीतां वाले पासे चल पैंदा, कदी किसे पासे, कदी किसे पासे। मन करके पूरी शरधा होवे,
ਮਨ ਵਿੱਚ ਮਾੜੇ ਫੁਰਨੇ ਨਾ ਪੈਦਾ ਹੋਣ ਦਿੱਤੇ ਜਾਣ। ਜਦੋਂ ਵੀ ਮਨ ਵਿੱਚ ਮਾੜੇ ਫੁਰਨੇ ਪੈਦਾ ਹੋਣ ਉਦੋਂ ਇਸ ਮਨ ਨੂੰ ਇਹ ਸ਼ਬਦ ਸੁਣਾਏ ਜਾਣ। ਬਾਣੀ ਵਿੱਚ ਲਿਖੇ ਨੇ, ਮਨ ਖੁਟਹਰ ਤੇਰਾ ਨਹੀਂ ਵਿਸ਼ਵਾਸ ਹੈ। ਖੋਤੇ ਮਨ ਤੇਰਾ ਨਹੀਂ ਵਿਸ਼ਵਾਸ, ਤੂੰ ਬੜਾ ਖੋਤਾ ਹੈ, ਬੜੇ ਗਲਤ ਪਾਸੇ ਜਾਂਦਾ ਹੈ। ਇਸ ਤਰ੍ਹਾਂ ਮਨ ਬਾਰੇ ਹੋਰ ਵੀ ਸ਼ਬਦ ਬਹੁਤ ਸਾਰੇ ਆਉਂਦੇ ਨੇ। ਜਿੱਥੇ ਮਨ, ਮਹਾਰਾਜ ਕਹਿੰਦੇ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਇਸ ਤਰ੍ਹਾਂ ਦੇ ਸ਼ਬਦ ਮਨ ਨੂੰ ਸੁਣਾਇਆ ਕਰੋ। ਬਹੁਤ ਸਾਰੇ ਸ਼ਬਦ ਨੇ ਮਨ ਦੇ ਵਰਤਾਏ। ਫਿਰ ਆ ਗਿਆ ਸਾਡਾ ਧਨ। ਜਦੋਂ ਆਪਾਂ ਧਨ ਕਰਕੇ ਗੁਰੂ ਦੇ ਹੋ ਗਏ, ਉਸ ਧਨ ਨਾਲ ਆਪਾਂ ਜੂਆ ਨਹੀਂ ਖੇਡਾਂਗੇ, ਨਸ਼ਾ ਨਹੀਂ ਖਰੀਦਾਂਗੇ, ਉਹ ਡੀਜਿਆਂ 'ਤੇ ਨਹੀਂ ਉਡਾਵਾਂਗੇ। ਅਕਸਰ ਬੇਨਤੀ ਕਰੀਦੀ ਹੈ, ਰਾਗੀ ਸਿੰਘ ਕੀਰਤਨ ਕਰਨ ਕਹਿੰਦੇ 1100 ਵੀ ਜ਼ਿਆਦਾ ਹੈ, ਅਤੇ ਡੀਜਿਆਂ ਵਾਲੇ 50-50 ਹਜ਼ਾਰ, ਲੱਖ ਜਾਂ ਇੱਦੋਂ ਜ਼ਿਆਦਾ ਵੀ ਲੈ ਜਾਂਦੇ ਨੇ, ਅਤੇ ਉੱਪਰੋਂ ਵਾਰਨੇ ਵੱਖਰੇ ਹੋ ਜਾਂਦੇ ਨੇ। ਉੱਥੇ ਕੋਈ ਇਤਰਾਜ਼ ਨਹੀਂ, ਜਦ ਕਿ ਉਹਨਾਂ ਨੇ ਸਾਡੇ ਘਰ ਵਿੱਚ, ਸਾਡੇ ਫੰਕਸ਼ਨ ਵਿੱਚ ਆ ਕੇ ਗੰਦ ਬੋਲਿਆ, ਸਾਡੀਆਂ ਧੀਆਂ ਭੈਣਾਂ ਦੇ ਸਾਹਮਣੇ ਉਹ ਕੁਝ ਬੋਲਿਆ ਜੋ ਆਪਾਂ ਵੈਸੇ ਨੋਰਮਲ ਬੋਲ ਵੀ ਨਹੀਂ ਸਕਦੇ ਉਹਨਾਂ ਦੇ ਸਾਹਮਣੇ, ਅਤੇ ਉਹਨਾਂ ਨੇ ਉਸ ਬੋਲਾਂ 'ਤੇ ਬੋਲਿਆ ਹੀ ਨਹੀਂ। ਸਾਡੀਆਂ ਧੀਆਂ ਭੈਣਾਂ ਬਹੂਆਂ ਨੂੰ ਨਚਾਇਆ ਵੀ, ਸਾਡੀਆਂ ਮਾਵਾਂ ਵੀ। ਅਤੇ ਦੇਖੋ ਆਪਾਂ ਉਹਨਾਂ ਨੂੰ ਕਿੰਨਾ ਧਨ ਦਿੰਦੇ ਹਾਂ। ਇਹਦਾ ਭਾਵ ਅਸੀਂ ਅਜੇ ਧਨ ਗੁਰੂ ਨੂੰ ਨਹੀਂ ਦਿੱਤਾ। ਧਨ ਕਰਕੇ ਗੁਰੂ ਦੇ ਨਹੀਂ ਹੋਏ। ਜੇ ਆਪਾਂ ਧਨ ਕਰਕੇ ਗੁਰੂ ਦੇ ਹੋ ਜਾਂਦੇ, ਧਨ ਨੂੰ ਮਾੜੇ ਪਾਸੇ ਨਾ ਲਾਉਂਦੇ, ਧਨ ਨੂੰ ਲਾਉਂਦੇ ਲੋਕਾਂ ਦੇ ਭਲੇ ਵਿੱਚ, ਦੁਖੀ ਲੋਕਾਂ ਦੇ ਸੇਵਾ ਦੇ ਵਿੱਚ, ਗੁਰੂ ਕੇ ਲੰਗਰ ਦੇ ਵਿੱਚ, ਗੁਰੂ ਦੇ ਘਰ ਵਿੱਚ ਕੋਈ ਵੀ ਸੇਵਾ ਹੈ, ਜਾਂ ਗਰੀਬ ਸਿੱਖਾਂ ਦੀ ਜਾਂ ਕਿਸੇ ਵੀ ਲੋੜਵੰਦ ਦੀ ਮਦਦ ਕਰਨੀ। ਤੋ ਇਸ ਤਰ੍ਹਾਂ ਜਦੋਂ ਆਪਾਂ ਕਰਾਂਗੇ ਫਿਰ ਗੁਰੂ ਦੇ ਹੋ ਜਾਵਾਂਗੇ, ਗੁਰੂ ਦੀ ਸ਼ਰਨ ਵਿੱਚ ਪੈ ਜਾਵਾਂਗੇ ਅਸਲ ਵਿੱਚ। ਫਿਰ ਉਹ ਵਡਿਆਈ ਦੀ ਦਾਤ, ਭਗਤੀ ਦੀ ਦਾਤ ਬਖਸ਼ਦਾ ਗੁਰਮੁਖੋ। ਐਵੇਂ ਨਹੀਂ ਮਿਲ ਜਾਂਦੀ ਭਗਤੀ ਦੀ ਦਾਤ, ਹਰ ਕਿਸੇ ਦਾ ਮਨ ਨਹੀਂ ਜੁੜਦਾ, ਕਿਉਂਕਿ ਤਨ ਮਨ ਧਨ ਸਭ ਸੌਂਪ ਗੁਰ ਕੋ। ਸਾਰਾ ਹੀ ਸੌਂਪਣਾ ਪੂਰਾ, ਇਹ ਨਹੀਂ ਵੀ ਥੋੜ੍ਹਾ ਜਿਹਾ ਤਨ ਸੌਂਪਣਾ, ਪੂਰਾ ਤਨ, ਪੂਰਾ ਮਨ, ਪੂਰਾ ਧਨ। ਜਦੋਂ ਇਹ ਸਮਰਪਿਤ ਹੋ ਗਏ, ਇੱਦਾਂ ਗੁਰੂ ਦੀ ਸ਼ਰਨ ਵਿੱਚ ਆਏ ਤਾਂ ਵਾਹਿਗੁਰੂ ਦੀ ਭਗਤੀ ਦਾ ਰਸ ਮਿਲਦਾ ਹੈ। ਫਿਰ ਵਾਹਿਗੁਰੂ ਵਾਹਿਗੁਰੂ ਬੋਲਣ ਦਾ ਰਸ ਆਉਂਦਾ ਹੈ, ਬਾਣੀ ਪੜ੍ਹਨ ਦਾ ਰਸ ਆਉਂਦਾ ਹੈ। ਸੋਠ ਮਹੱਲਾ ਪੰਜਵਾਂ। ਅਗਲੇਰਾ ਸ਼ਬਦ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਸਤਿਗੁਰ ਪੂਰੇ ਭਾਣਾ। ਜਦੋਂ ਸਿੱਖ ਗੁਰੂ ਨੂੰ ਭਾ ਗਿਆ, ਇੱਥੇ ਭਾਣੇ ਦਾ ਅਰਥ ਹੈ ਗੁਰੂ ਨੂੰ ਭਾ ਜਾਣਾ। ਸਤਿਗੁਰ ਪੂਰੇ ਭਾਣਾ, ਜਦੋਂ ਸਤਿਗੁਰੂ ਪੂਰੇ ਨੂੰ ਸਿੱਖ ਭਾ ਗਿਆ ਤਾਂ ਜਪਿਆ ਨਾਮ ਰਮਾਣਾ। ਤਾਂ ਉਹ ਰਾਮ ਜੋ ਸਾਰੇ ਰਮਿਆ ਹੋਇਆ ਉਹਦਾ ਨਾਮ ਜਪਿਆ। ਫਿਰ ਜਦੋਂ ਤੱਕ ਭਾਉਂਦੇ ਨਹੀਂ ਗੁਰੂ ਨੂੰ, ਉਦੋਂ ਤੱਕ ਨਾਮ ਨਹੀਂ ਜਪ ਸਕਦੇ। ਆਪਾਂ ਨੂੰ ਨਾਮ ਜਪਣ ਦਾ ਉਹ ਰਸ ਆ ਹੀ ਨਹੀਂ ਸਕਦਾ। ਗੋਬਿੰਦ ਕਿਰਪਾ ਧਾਰੀ, ਵਾਹਿਗੁਰੂ ਨੇ ਸਾਡੇ 'ਤੇ ਕਿਰਪਾ ਕਰਤੀ। ਜਦੋਂ ਗੁਰੂ ਦੀ ਮੱਤ ਲੈ ਕੇ ਚੱਲੇ, ਨਾਮ ਜਪਿਆ ਸਮਰਪਿਤ ਹੋ ਕੇ, ਤਨ ਮਨ ਧਨ ਕਰਕੇ, ਤਾਂ ਫਿਰ ਕੀ ਹੋਇਆ? ਵਾਹਿਗੁਰੂ ਨੇ ਕਿਰਪਾ ਕਰ ਦਿੱਤੀ। ਪ੍ਰਭ ਰਾਖੀ ਪੈਜ ਹਮਾਰੀ। ਅਤੇ ਉਸ ਸਿੱਖ ਦੇ ਜੀਵਨ ਵਿੱਚ ਜਿਹੜਾ ਤਨ ਮਨ ਧਨ ਕਰਕੇ ਸਮਰਪਿਤ ਹੋ ਗਿਆ, ਕਿ ਊਣ ਤਾਈਆਂ ਨਹੀਂ ਹੁੰਦੀਆਂ ਨੇ। ਕਈ ਵਾਰ ਸਹਿ ਸੁਭਾਅ ਉਹਦੇ ਤੋਂ ਵੀ ਕੁਝ ਗਲਤ ਬੋਲਿਆ ਜਾਂਦਾ, ਕੁਝ ਐਸਾ ਹੋ ਜਾਂਦਾ ਹੈ, ਪਰ ਵਾਹਿਗੁਰੂ ਫਿਰ ਵੀ ਬਖਸ਼ ਲੈਂਦਾ ਵੀ ਇਹਦੇ ਵਿੱਚੋਂ ਅਣਜਾਣ ਪੁਣੇ ਵਿੱਚ ਇਹ ਕੁਝ ਹੋ ਗਿਆ ਹੈ। ਉਹ ਵਾਹਿਗੁਰੂ ਨਿਰੰਕਾਰ ਕਿਰਪਾ ਕਰਦਾ ਹੈ ਅਤੇ ਆਪਣੇ ਸੇਵਕਾਂ ਦੀ ਪੈਜ ਰੱਖ ਲੈਂਦਾ ਹੈ। ਹਰ ਕੇ ਚਰਨ ਸਦਾ ਸੁਖਦਾਈ। ਵਾਹਿਗੁਰੂ ਦੇ ਚਰਨ ਸਦਾ ਸੁਖ ਦੇਣ ਵਾਲੇ ਨੇ। ਭਾਵ ਵਾਹਿਗੁਰੂ ਵਾਹਿਗੁਰੂ ਜਪਣ ਨਾਲ ਤੁਹਾਨੂੰ ਸਦੀਵੀ ਸੁੱਖ ਪ੍ਰਾਪਤ ਹੋਵੇਗਾ। ਉਹ ਸੁੱਖ ਜਿਹੜਾ ਕਦੇ ਨਾਸ ਨਹੀਂ ਹੁੰਦਾ, ਉਹ ਸੁੱਖ ਜਿਹੜਾ ਦੇਗ ਵਿੱਚ ਉਬਲਦਿਆਂ ਵੀ ਨਾਸ ਨਹੀਂ ਹੁੰਦਾ, ਉਹ ਸੁੱਖ ਜਿਹੜਾ ਹੈ ਆਰੇ ਨਾਲ ਚੀਰਿਆਂ ਵੀ ਖਤਮ ਨਹੀਂ ਹੁੰਦਾ, ਉਹ ਸੁੱਖ ਜਿਹੜਾ ਖੋਪਰੀ ਉਤਰ ਜਾਵੇ। ਜਿਵੇਂ ਕੱਲ੍ਹ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸੀ। ਵੇਖੋ ਕਿੰਨਾ ਕੁ ਸਿਦਕੀ ਸਿੱਖ ਹੋਵੇਗਾ। ਬਾਣੀ ਪੜ੍ਹੀ, ਜਦੋਂ ਖੋਪਰੀ ਉਤਰਵਾਈ ਗਈ
ਤਾਂ ਉਹ ਕੋਈ ਹਾ ਨਹੀਂ ਕੀਤੀ, ਹੂ ਨਹੀਂ ਕੀਤੀ। ਸਾਰੇ ਜਿੰਨੇ ਵੀ ਇਤਿਹਾਸਕ ਗ੍ਰੰਥ ਪੜ੍ਹ ਕੇ ਦੇਖ ਲਓ, ਉਹ ਬਾਣੀ ਪੜ੍ਹਦਾ ਰਿਹਾ ਗੁਰੂ ਦਾ ਸਿੱਖ। ਚਲੋ ਉਸ ਸਮੇਂ ਤਾਂ ਪੜ੍ਹਿਆ, ਬਾਕੀ ਵੀ 22 ਦਿਨ ਜਦੋਂ ਉਹ ਸਰੀਰ ਕਰਕੇ ਰਹੇ, ਜਦੋਂ ਤੱਕ ਜ਼ਕਰੀਏ ਖਾਂ ਨੂੰ ਜੁੱਤੀ ਦੀ ਨੋਕ ਦੇ ਲਾਗੇ ਲਾ ਕੇ ਨਰਕਾਂ ਵਿੱਚ ਨਹੀਂ ਭੇਜਿਆ, ਉਦੋਂ ਤੱਕ ਗੁਰੂ ਦਾ ਸਿੱਖ ਜ਼ਖਮੀ ਹਾਲਤ ਵਿੱਚ ਵੀ ਵਾਹਿਗੁਰੂ ਵਾਹਿਗੁਰੂ ਜਪਦੇ ਰਹੇ, ਬਾਣੀ ਪੜ੍ਹਦੇ ਰਹੇ 22 ਦਿਨ। 22ਵੇਂ ਦਿਨ ਜਾ ਕੇ ਉਹਨਾਂ ਨੇ ਸਵੈ ਇੱਛਾ ਦੇ ਨਾਲ ਸਰੀਰ ਨੂੰ ਤਿਆਗਿਆ, ਕਿਉਂਕਿ ਗੁਰਮੁਖ ਭਾਈ ਗੁਰਦਾਸ ਜੀ ਲਿਖਦੇ ਨੇ, ਉਸ ਵਾਹਿਗੁਰੂ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿੰਦੇ ਨੇ, ਉਹਦੀ ਬਖਸ਼ਿਸ਼ ਦੇ ਵਿੱਚ ਰਹਿੰਦੇ ਨੇ, ਤੇ ਉਹ ਫਿਰ ਆਪਣੀ ਸਵੈ ਇੱਛਾ ਦੇ ਨਾਲ ਵੀ ਸਰੀਰ ਤਿਆਗਦੇ ਨੇ। ਜਦੋਂ ਉਹਨਾਂ ਦੀ ਇੱਛਾ ਹੁੰਦੀ, ਨਾ ਚਾਹਣ ਨਹੀਂ ਤਿਆਗਦੇ। ਨਹੀਂ ਤਾਂ ਦੇਖੋ ਇੰਨਾ ਵੱਡਾ ਜ਼ਖਮ, ਉਹ ਵੀ ਸਿਰ ਦੇ ਉੱਪਰ, ਕਿ ਸਾਰੀ ਖੋਪਰੀ ਉਤਰੀ ਹੋਵੇ ਤੇ ਬੰਦਾ ਕਿਵੇਂ ਬਚ ਸਕਦਾ ਹੈ। ਪਰ ਉਹ ਗੁਰਸਿੱਖ ਕਿਉਂਕਿ ਬਾਣੀ ਬਚਾਉਂਦੀ ਹੈ, ਬਾਣੀ ਦੇ ਨਾਲ ਹੀ ਚੱਲਦਾ ਹੈ, ਤੋ ਗੁਰਸਿੱਖ ਆਪਣੀ ਫਿਰ ਇੱਛਾ ਦੇ ਮੁਤਾਬਕ ਫਿਰ ਸਰੀਰ ਨੂੰ ਤਿਆਗਣਾ, ਸ਼ਹਾਦਤ ਪ੍ਰਾਪਤ ਕੀਤੀ। ਉਹ ਪਹਿਲਾਂ ਵੀ ਤਾਂ ਜਿਹੜਾ ਸਰੀਰ ਛੱਡ ਸਕਦੇ ਸੀ, ਪਰ ਕਿਉਂਕਿ ਸਿੱਖ ਨੇ ਕਿਹਾ ਸੀ ਪਹਿਲਾਂ ਤੈਨੂੰ ਭੇਜਾਂਗਾ ਨਰਕਾਂ ਨੂੰ ਜੁੱਤੀ ਲਾ ਕੇ, ਜੁੱਤੀ ਦੀ ਨੋਕ ਦੇ ਅੱਗੇ, ਫਿਰ ਆਪ ਜਾਵਾਂਗਾ ਸੱਚਖੰਡ ਨੂੰ। ਇੰਨਾ ਭਰੋਸਾ ਸੀ ਨਾ, ਸ਼ਬਦ ਕਮਾਇਆ ਹੋਇਆ ਸੀ, ਤੇ ਜੀਵਦੇ ਜੀ ਕਹਿਤਾ ਮੈਂ ਸੱਚਖੰਡ ਨੂੰ ਜਾਵਾਂਗਾ, ਪਰ ਅਜੇ ਨਹੀਂ ਜਾਵਾਂਗਾ, ਪਹਿਲਾਂ ਤੈਨੂੰ ਨਰਕਾਂ ਨੂੰ ਭੇਜਾਂਗਾ। ਇੱਥੋਂ ਤੱਕ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ ਵੀ ਜਿਹੜੇ ਤੇਰੇ ਕਿਸੇ ਪੈਗੰਬਰ ਨੇ ਵੀ ਤੇਰੀ ਹਾਮੀ ਭਰੀ, ਉਹਨੂੰ ਵੀ ਦੋਜਕਾਂ ਵਿੱਚ ਸੁੱਟਾਂਗਾ। ਸ਼ਹੀਦ ਵਿੱਚ ਇੰਨੀ ਵੱਡੀ ਪਾਵਰ ਹੁੰਦੀ ਹੈ। ਸ੍ਰੀ ਗੁਰੂ ਪੰਥ ਪ੍ਰਕਾਸ਼ ਦੇ ਵਿੱਚ ਭਾਈ ਤਾਰੂ ਸਿੰਘ ਜੀ ਦਾ ਪ੍ਰਸੰਗ ਪੜ੍ਹ ਲੈਣਾ, ਕਹਿੰਦੇ ਜਿਹੜਾ ਕੋਈ ਪੀਰ ਪੈਗੰਬਰ ਵੀ ਤੇਰੀ ਹਾਮੀ ਭਰੇਗਾ, ਉਹਨੂੰ ਵੀ ਦੋਜਕਾਂ ਵਿੱਚ ਸੁੱਟਿਆ ਜਾਵੇਗਾ। ਇੰਨਾ ਬਚਨ ਗੁਰੂ ਦਾ ਸਿੱਖ, ਕਿੰਨਾ ਗੁਰੂ ਤੇ ਵਿਸ਼ਵਾਸ ਭਰੋਸਾ ਹੋਵੇਗਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸੁੱਖ ਜਿਹੜਾ ਕਦੇ ਨਾਸ ਨਹੀਂ ਹੁੰਦਾ। ਜੋ ਇੱਛੈ ਸੋਈ ਬਲ ਪਾਵੈ, ਬਿਰਤੀ ਆਸ ਨਾ ਜਾਈ। ਨਾਮ ਜਪਣ ਵਾਲਾ ਜਿਹੜੀ ਵੀ ਇੱਛਾ ਕਰੇ ਉਹ ਫਲ ਉਹਨੂੰ ਮਿਲ ਜਾਂਦਾ, ਉਹਦੀ ਆਸ ਬਿਰਥੀ ਨਹੀਂ ਜਾਂਦੀ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਕਿਰਪਾ ਕਰੇ ਜਿਸ ਪ੍ਰਾਣ ਪਤ ਦਾਤਾ, ਸੋਈ ਸੰਤ ਗੁਣ ਗਾਵੇ। ਪ੍ਰਾਣਾ ਦਾ ਪਤੀ ਮਾਲਕ ਵਾਹਿਗੁਰੂ ਨਿਰੰਕਾਰ, ਜਿਹਦੇ ਉੱਪਰ ਕਿਰਪਾ ਕਰਦਾ ਭਾਈ ਉਹੀ ਸੰਤ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਹੁਣ ਕਈ ਕਹਿੰਦੇ ਨੇ ਸੰਤ ਨਹੀਂ ਹਨ। ਹੁਣ ਇੱਥੇ ਮਹਾਰਾਜ ਨੇ ਲਿਖਿਆ ਹੋਇਆ ਹੈ, ਜੇ ਸੰਤ ਸ਼ਬਦ ਆਪਾਂ ਕੇਵਲ ਗੁਰੂ ਵਾਸਤੇ ਰਾਖਵਾਂ ਰੱਖ ਲਈਏ ਤੇ ਫਿਰ ਇਹ ਸ਼ਬਦ ਇੱਥੇ ਕੀ ਅਰਥ ਹੋਣਗੇ। ਕਿਰਪਾ ਕਰੇ ਜਿਸ ਪ੍ਰਾਣ ਪਤ ਦਾਤਾ, ਸੋਈ ਸੰਤ ਉਹੀ ਸੰਤ ਹੈ ਜਿਹਦੇ ਤੇ ਵਾਹਿਗੁਰੂ ਦੀ ਕਿਰਪਾ ਹੋ ਗਈ। ਗੁਣ ਗਾਵੇ ਤੇ ਉਹ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਪ੍ਰੇਮ ਭਗਤਾਂ ਕਾ ਮਨ ਲੀਨਾ, ਪਾਰ ਬ੍ਰਹਮਨ ਭਾਵੈ। ਉਹਦਾ ਮਨ ਵਾਹਿਗੁਰੂ ਦੀ ਭਗਤੀ ਵਿੱਚ ਲੀਨ ਹੋਇਆ ਪਿਆ ਹੈ, ਉਹ ਵਾਹਿਗੁਰੂ ਦੇ ਮਨ ਨੂੰ ਭਾਉਂਦਾ ਹੈ। ਆਠ ਪੈਰ ਹਰ ਕਾ ਜਸ ਰਮਣਾ, ਵਿਖੈ ਠਗੌਰੀ ਲਾਤੀ। ਉਹ ਅੱਠੇ ਪੈਰ ਵਾਹਿਗੁਰੂ ਦੇ ਜਸ ਨੂੰ ਮਾਣਦਾ ਹੈ, ਰਸ ਨੂੰ ਮਾਣਦਾ ਹੈ। ਉਹਨੂੰ ਵਾਹਿਗੁਰੂ ਦੀ ਵਡਿਆਈ ਕਰਨ ਦੇ ਵਿੱਚ ਆਨੰਦ ਆਉਂਦਾ ਹੈ। ਵਿਖੈ ਠਗੌਰੀ ਲਾਤੀ, ਜਿਵੇਂ ਕਿਸੇ ਨੂੰ ਨਸ਼ਾ ਚੜ੍ਹਿਆ ਹੋਵੇ ਨਾ, ਤੇ ਨਸ਼ਾ ਉਤਾਰਨ ਦੀ ਦਵਾਈ ਮਿਲਦੀ। ਫਿਰ ਬੰਦੇ ਨੂੰ ਕਿਸੇ ਨੂੰ ਬਹੁਤਾ ਨਸ਼ਾ ਚੜ੍ਹ ਜਾਵੇ, ਉਹ ਦਵਾਈ ਦਿੰਦਾ, ਡਾਕਟਰ ਵੇਖਦਾ ਵੀ ਇਹਨੂੰ ਇਹ ਨਸ਼ਾ ਚੜ੍ਹਿਆ, ਉਸ ਮੁਤਾਬਕ ਉਹ ਦਵਾਈ ਦੇ ਡੋਜ਼ ਦਿੰਦਾ ਵੀ ਇਹ ਦਵਾਈ ਖਾ, ਨਸ਼ਾ ਲੈ ਜਾਵੇਗਾ। ਇਸੇ ਤਰ੍ਹਾਂ ਜਿਵੇਂ ਜਿਵੇਂ ਗੁਰਮੁਖ ਨਾਮ ਬਾਣੀ ਦਾ ਜਾਪ ਕਰਦੇ ਨੇ, ਜਿਹੜੀ ਵਿਸ਼ਿਆਂ ਦੀ ਠੱਗ ਬੂਟੀ ਦਾ ਨਸ਼ਾ ਚੜ੍ਹਿਆ ਹੋਇਆ ਸੀ ਉਹ ਲੈ ਜਾਂਦਾ ਹੈ। ਸੰਗ ਮਿਲਾਏ ਲਿਆ ਮੇਰੇ ਕਰਤੈ, ਸੰਤ ਸਾਧ ਭੇ ਸਾਥੀ। ਉਸ ਮੇਰੇ ਮਾਲਕ ਵਾਹਿਗੁਰੂ ਨੇ ਆਪਣੇ ਸੰਗ ਮਿਲਾ ਲਿਆ ਉਹਨੂੰ, ਤੇ ਸੰਤ ਸਾਧ ਭੇ ਸਾਥੀ। ਉਹਦੇ ਸਾਥੀ ਫਿਰ ਕੌਣ ਨੇ? ਜਿਹਨੂੰ ਵਾਹਿਗੁਰੂ ਨੇ ਆਪਣੇ ਨਾਲ ਜੋੜ ਲਿਆ, ਉਹਦੇ ਸਾਧੂ, ਉਹਦੇ ਮਿੱਤਰ ਵੀ ਸੰਤ ਹਨ, ਸਾਧੂ ਹਨ। ਉਹਦੇ ਦੋਸਤ ਵੀ ਸੰਤ ਹਨ। ਜੂਆ ਖੇਡਣ ਵਾਲੇ ਦੇ ਸਾਥੀ ਜੁਆਰੀ ਹੁੰਦੇ ਨੇ, ਸ਼ਰਾਬ ਪੀਣ ਵਾਲੇ ਦੇ ਸਾਥੀ ਸ਼ਰਾਬੀਆਂ ਨਾਲ ਹੀ ਉਹਦੀ ਦੋਸਤੀ ਹੁੰਦੀ, ਦੂਜੇ ਨਾਲ ਤੇ ਉਹ ਰੱਖਦਾ ਹੀ ਨਹੀਂ ਹੈ। ਉਹ ਜਿਹੜਾ ਘਰ ਵੈਸ਼ਨੂੰ ਹੋਵੇ ਉਹ ਐਸੇ ਰਿਸ਼ਤੇਦਾਰ ਦੇ ਜਾਣਾ ਵੀ ਘਰ ਘੱਟ ਪਸੰਦ ਕਰਦਾ, ਕਹਿੰਦਾ ਉੱਥੇ ਕੁਝ ਮਿਲਣਾ ਤੇ ਖਾਣ ਪੀਣ ਨੂੰ ਹੈ ਨਹੀਂ। ਭਾਵ ਉਹਦੀ ਜਿਹੜੀ ਨਿਗਾਹ ਹੈ ਨਸ਼ੇ 'ਤੇ ਹੀ ਹੁੰਦੀ ਹੈ।
ਤੇ ਜਿਹੜੇ ਗੁਰਮੁਖ ਨੇ ਉਹ ਗੁਰਮੁਖਾਂ ਦੇ ਘਰ ਜਾ ਕੇ ਖੁਸ਼ ਹੁੰਦੇ ਨੇ ਵੀ ਇੱਥੋਂ ਕੋਈ ਚੰਗੀ ਗੱਲ ਮਿਲੇਗੀ। ਤੋ ਮਹਾਰਾਜ ਸੱਚੇ ਪਾਤਸ਼ਾਹ ਪ੍ਰਮਾਣ ਕਰਦੇ, ਕਰ ਗਏ ਲੀਨੇ ਸਰਬ ਸੋ ਦੀਨੇ, ਆਪੇ ਆ ਮਿਲਾਇਆ। ਕਰ ਗਏ ਲੀਨੇ, ਵਾਹਿਗੁਰੂ ਨੇ ਹੱਥ ਪਕੜ ਕੇ ਆਪ ਵਿਕਾਰਾਂ ਵਿੱਚੋਂ ਬਾਹਰ ਕੱਢ ਲਿਆ। ਜਿਵੇਂ ਭਗਤ ਨਾਮਦੇਵ ਜੀ ਕਹਿੰਦੇ, ਮੈਂ ਡੁੱਬ ਰਿਹਾ ਮਾਲਕ ਵਾਹਿਗੁਰੂ, ਬਾਪ ਬੀਠਲਾ ਬਾਂਹ ਦੇ, ਮੈਨੂੰ ਡੁੱਬਦੇ ਹੋਏ ਨੂੰ ਆਪਣੀ ਬਾਂਹ ਪਕੜਾ। ਕਰ ਗਏ ਲੀਨੇ ਸਰਬ ਸਦੀਨੇ, ਸਾਰੀ ਰਸ ਦੇ ਦਿੱਤੇ, ਆਪੇ ਆਪ ਮਿਲਾਇਆ। ਆਪੇ ਆਪਣੇ ਵਿੱਚ ਮਿਲਾ ਲਿਆ। ਕਹੋ ਨਾਨਕ ਸਰਬ ਥੋਕ ਪੂਰਨ, ਪੂਰਾ ਸਤਿਗੁਰ ਪਾਇਆ। ਸਾਰਾ ਕੁਝ ਥੋਕ ਰੂਪ ਦੇ ਵਿੱਚ ਪ੍ਰਾਪਤ ਹੋ ਗਿਆ। ਭਾਵ ਅਨੰਤ ਗੁਣਾ ਉਹਨੂੰ ਸਾਰੀਆਂ ਦਾਤਾਂ ਮਿਲੀਆਂ, ਜਿਹਨੇ ਪੂਰਾ ਸਤਿਗੁਰੂ ਪਾ ਲਿਆ। ਪੂਰੇ ਸਤਿਗੁਰੂ ਨਾਲ ਜੁੜ ਗਏ, ਸਮਝ ਲਓ ਰੱਬ ਨਾਲ ਜੁੜ ਗਏ। ਜਿਹਨੂੰ ਪੂਰਾ ਸਤਿਗੁਰੂ ਮਿਲ ਗਿਆ ਉਹਨੂੰ ਪਰਮਾਤਮਾ ਮਿਲ ਗਿਆ। ਆਪਾਂ ਨੂੰ ਰੱਬ ਮਿਲਿਆ ਹੋਇਆ ਹੈ, ਆਪਾਂ ਨੂੰ ਪਛਾਣ ਨਹੀਂ ਹੈ। ਸਾਨੂੰ ਰੱਬ ਲੱਭਣ ਦੀ ਲੋੜ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਰੱਬ ਪਰਮਾਤਮਾ ਸਾਡੇ ਕੋਲ ਹੈ, ਬਸ ਪਛਾਣਨ ਦੀ ਲੋੜ ਹੈ। ਪਛਾਣ ਕਿਵੇਂ ਹੋਵੇਗੀ? ਜਦੋਂ ਆਪਾਂ ਬਾਣੀ ਪੜ੍ਹਾਂਗੇ, ਨਾਮ ਜਪਾਂਗੇ, ਸਤਿਗੁਰੂ ਮਹਿਰਾਮਤ ਕਰਨ, ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨੂੰ ਕਮਾਈਏ। ਸਤਿਗੁਰੂ ਦੀ ਬਾਣੀ ਅਗਾਧ ਬੋਧ ਹੈ। ਬਾਣੀ ਦਾ ਉਚਾਰਨ ਕਰਦਿਆਂ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।